ਡੀਅਰ ਵਿਊਅਰਸ, ਅੱਜ ਦੇ ਲੈਕਚਰ ਦੇ ਵਿੱਚ ਆਪਾਂ ਸੈਲਸ ਨੂੰ ਸੀਰੀਜ਼ ਤੇ ਪੈਰਲਲ ਦੇ ਵਿੱਚ ਲਾਉਣਾ ਸਿੱਖਾਂਗੇ। ਵੀ ਜੇਕਰ ਸਾਡੇ ਕੋਲੇ ਦੋ ਜਾਂ ਦੋ ਤੋਂ ਵੱਧ ਸੈਲਸ ਹੋਣ ਤਾਂ ਉਹਨਾਂ ਤੋਂ ਅਸੀਂ ਜ਼ਿਆਦਾ EMF ਲੈਣ ਲਈ, ਆਪਣੇ ਮਨਪਸੰਦ ਦੀ EMF ਲੈਣ ਲਈ ਕਿਵੇਂ ਉਹਨਾਂ ਨੂੰ ਸੀਰੀਜ਼ ਦੇ ਵਿੱਚ ਕਨੈਕਟ ਕਰਦੇ ਆ ਤੇ ਕਿਵੇਂ ਉਹਨਾਂ ਨੂੰ ਅਸੀਂ ਪੈਰਲਲ ਦੇ ਵਿੱਚ ਕਨੈਕਟ ਕਰਦੇ ਆ। ਤੇ ਇਹ ਚੀਜ਼ ਉਸੇ ਤਰੀਕੇ ਨਾਲ ਆ ਜਿਵੇਂ ਆਪਾਂ ਪਹਿਲਾਂ ਰਜਿਸਟੈਂਸਿਸ ਦੇ ਕੇਸ ਦੇ ਵਿੱਚ ਪੜ੍ਹਿਆ ਸੀ ਵੀ ਜੇਕਰ ਆਪਾਂ ਰਜਿਸਟੈਂਸਿਸ ਨੂੰ ਸੀਰੀਜ਼ ਦੇ ਵਿੱਚ ਲਾਉਨੇ ਆ ਤਾਂ ਉਹ ਰਜਿਸਟੈਂਸ ਐਡ ਅਪ ਹੋ ਜਾਂਦੀ ਆ, ਤੇ ਜੇ ਪੈਰਲਲ ਦੇ ਵਿੱਚ ਲਾਉਨੇ ਆ ਤਾਂ ਰਜਿਸਟੈਂਸ ਰੈਸੀਪ੍ਰੋਕਲ ਹੋ ਕੇ ਐਡ ਹੁੰਦੀ ਆ। ਸੋ ਕੰਸੀਡਰ ਕਰੀਏ ਵੀ ਆਪਣੇ ਕੋਲੇ ਦੋ ਸੈੱਲ ਹੋਣ। ਇਹ ਪਹਿਲੇ ਦਾ ਸੈੱਲ ਮੈਂ ਬਣਾ ਰਿਹਾ, ਪਹਿਲਾ ਸੈੱਲ ਬਣਾ ਲਿਆ। ਸਪੋਜ਼ ਕਰ ਲਈਏ ਇਹਦੀ EMF ਜਿਹੜੀ ਉਹ E1 ਹੈ, ਤੇ ਜੇ ਸੈੱਲ ਹੋਏਗਾ ਤਾਂ ਮੋਸਟ ਪ੍ਰੋਬੇਬਲੀ ਇਹਦੇ ਵਿੱਚ ਇਲੈਕਟ੍ਰੋਲਾਈਟ ਹੋਏਗਾ, ਤੇ ਇਲੈਕਟ੍ਰੋਲਾਈਟ ਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਆ ਉਹ ਸਾਡੇ ਕੋਲੇ ਲੈਟ ਕਰ ਲਈਏ R1 ਹੋਏਗੀ ਇਸ ਪਹਿਲੇ ਸੈੱਲ ਦੀ। ਇਸੇ ਤਰੀਕੇ ਨਾਲ ਮੈਂ ਦੂਸਰਾ ਸੈੱਲ ਕੰਸੀਡਰ ਕਰ ਲੈਣਾ। ਅਸੀਂ ਦੋ ਸੈੱਲਸ ਦੇ ਨਾਲ ਹੀ ਇਹਨੂੰ ਪਹਿਲਾਂ ਸਟੱਡੀ ਕਰਾਂਗੇ, ਤਾਂ ਉਸ ਤੋਂ ਬਾਅਦ ਇਹਨੂੰ ਐਕਸਟੈਂਡ ਕਰਾਂਗੇ ਜਨਰਲਾਈਜ਼ ਕਰਨ ਲਈ। ਤੋਂ E2 ਇਹਦੀ EMF ਅਸੀਂ ਮੰਨ ਲਈਏ ਤੇ R2 ਇਹਦੀ ਇੰਟਰਨਲ ਰੈਜ਼ਿਸਟੈਂਸ ਅਸੀਂ ਮੰਨ ਲੈਂਦੇ ਹਾਂ। ਹੁਣ ਸਪੋਜ਼ ਕਰੀਏ ਵੀ ਇਹਨਾਂ ਦੋਨਾਂ ਨੂੰ ਅਸੀਂ ਸੀਰੀਜ਼ ਦੇ ਵਿੱਚ ਜੋੜਦੇ ਹਾਂ, ਤਾਂ ਸੀਰੀਜ਼ ਦੇ ਜੋੜਨ ਦਾ ਮਤਲਬ ਕੀ ਆ ਵੀ ਪਹਿਲੇ ਸੈੱਲ ਦੀ ਜੋ ਨੈਗੇਟਿਵ ਟਰਮੀਨਲ ਹੈ ਉਹਨੂੰ ਅਸੀਂ ਦੂਸਰੇ ਸੈੱਲ ਦੇ ਪੋਜ਼ਿਟਿਵ ਟਰਮੀਨਲ ਦੇ ਨਾਲ ਜੋੜ ਦਈਏ। ਸਪੋਜ਼ ਕਰ ਲਈਏ ਇੱਥੇ ਸਾਡੇ ਕੋਲ ਜਿਹੜਾ ਪੁਆਇੰਟ ਆ ਜੰਕਸ਼ਨ ਦਾ ਉਹ B ਹੈ, ਤੇ ਇੱਧਰਲੇ ਪਾਸੇ ਪੁਆਇੰਟ ਮੈਂ ਫਸਟ ਮੰਨ ਲੈਂਦਾ ਹਾਂ A, ਤੇ ਰਾਈਟ ਸਾਈਡ ਵਾਲੇ ਪਾਸੇ ਮੈਂ ਪੁਆਇੰਟ ਮੰਨ ਲੈਂਦਾ ਹਾਂ C। ਹੁਣ ਜਦੋਂ ਸੈਲਸ ਨੂੰ ਅਸੀਂ ਕਨੈਕਟ ਕਰ ਹੀ ਲਿਆ ਹੈ ਤਾਂ ਕਰੰਟ ਆ ਜਿਹੜਾ ਉਹ ਫਲੋ ਕਰੇਗਾ। ਸੋ ਜੇ ਮੈਂ ਪੁਆਇੰਟ C ਤੋਂ ਦੇਖਾਂ ਤੇ E2 ਜਿਹੜਾ ਸੈੱਲ ਹੈ ਮੇਰਾ ਉਹਦਾ ਪੋਜ਼ਿਟਿਵ ਟਰਮੀਨਲ ਤੋਂ ਕਰੰਟ ਸ਼ੁਰੂ ਹੋ ਕੇ, ਸਪੋਜ਼ ਕਰੀਏ I ਕਰੰਟ ਸਾਡੇ ਕੋਲੇ ਸ਼ੁਰੂ ਹੋ ਗਿਆ, ਤੇ ਇਹ B ਤੋਂ ਹੁੰਦਾ ਹੋਇਆ ਪਹਿਲੇ ਸੈੱਲ ਦੇ ਵਿੱਚੋਂ ਦੀ ਹੁੰਦਾ ਹੋਇਆ A ਪੁਆਇੰਟ ਤੱਕ ਜਾਏਗਾ ਜਦੋਂ ਇਹ ਸਰਕਟ ਕਲੋਜ਼ ਹੋਏਗਾ। ਹੁਣ ਪੋਟੈਂਸ਼ੀਅਲ ਦੀ ਗੱਲ ਕਰੀਏ, ਕਿਉਂਕਿ ਇਲੈਕਟ੍ਰਿਕ ਪੋਟੈਂਸ਼ੀਅਲ ਹੀ EMF ਦੇ ਨਾਲ ਰਿਲੇਟਡ ਆ। A ਪੁਆਇੰਟ ਦੇ ਉੱਤੇ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਆ ਉਹਨੂੰ ਅਸੀਂ ਮੰਨ ਲੈਂਦੇ ਆ VA ਹੋਏਗਾ, ਤੇ ਇਸੇ ਤਰ੍ਹਾਂ B ਪੁਆਇੰਟ ਦੇ ਉੱਤੇ ਪੋਟੈਂਸ਼ੀਅਲ ਆ ਜੋ ਇਟ ਵਿਲ ਬੀ VB। ਸਪੋਜ਼ ਹੀ ਕੀਤਾ, ਸਪੋਜ਼ ਕਰ ਲਈਏ C ਪੁਆਇੰਟ ਦੇ ਉੱਤੇ ਪੋਟੈਂਸ਼ੀਅਲ ਆ ਜਿਹੜਾ ਉਹ VC ਹੋਏਗਾ। ਪੋਟੈਂਸ਼ੀਅਲ ਤੁਹਾਨੂੰ ਰਿਮਾਈਂਡ ਕਰਾ ਦੇਵਾਂ, ਇਲੈਕਟ੍ਰਿਕ ਪੋਟੈਂਸ਼ੀਅਲ ਐਟ ਏ ਪੁਆਇੰਟ ਕੀ ਹੁੰਦਾ। ਜੇਕਰ A ਪੁਆਇੰਟ ਦੇ ਉੱਤੇ ਪੋਟੈਂਸ਼ੀਅਲ VA ਹੈ ਤਾਂ ਇਹਦਾ ਮਤਲਬ ਇਹ ਹੈ ਵੀ ਜਿੰਨਾ ਵਰਕ ਡਨ ਕਰਨਾ ਪਿਆ ਇੱਕ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਇਨਫਿਨਿਟੀ ਤੋਂ A ਪੁਆਇੰਟ ਤੇ ਚੱਕ ਕੇ ਲੈ ਕੇ ਆਉਣ ਲਈ ਕਿਸੇ ਐਕਸਟਰਨਲ ਏਜੰਸੀ ਨੂੰ, ਤਾਂ ਉਹਨੂੰ ਅਸੀਂ ਪੋਟੈਂਸ਼ੀਅਲ ਉਸ ਪੁਆਇੰਟ ਦੇ ਉੱਤੇ ਕਹਿੰਦੇ ਆ। ਇਸੇ ਤਰ੍ਹਾਂ B ਪੁਆਇੰਟ ਦੇ ਉੱਤੇ ਜੇਕਰ ਕਿਸੇ ਚਾਰਜ ਨੂੰ ਇਨਫਿਨਿਟੀ ਤੋਂ ਚੱਕ ਕੇ ਲੈ ਕੇ ਆਈਏ ਤਾਂ ਜਿੰਨਾ ਵਰਕ ਕਰਨਾ ਪਏਗਾ ਕਿਸੇ ਐਕਸਟਰਨਲ ਏਜੰਸੀ ਨੂੰ ਚਾਰਜ ਨੂੰ ਲੈ ਕੇ ਆਉਣ ਲਈ ਇਸ ਪੁਆਇੰਟ ਤੇ B ਦੇ ਉੱਤੇ, ਤਾਂ ਉਹ ਇਸ ਪੁਆਇੰਟ ਦਾ ਇਲੈਕਟ੍ਰਿਕ ਪੋਟੈਂਸ਼ੀਅਲ ਕਹੇਗਾ। ਵਰਕ ਡਨ ਪਰ ਯੂਨਿਟ ਚਾਰਜ ਤੋਂ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਵੀ ਜਿਹੜਾ ਪੋਟੈਂਸ਼ੀਅਲ ਹੁੰਦਾ ਇਟ ਇਜ਼ ਵਰਕ ਡਨ ਪਰ ਯੂਨਿਟ ਚਾਰਜ। ਹੁਣ ਅਸੀਂ ਦੇਖੀਏ ਵੀ ਜੇਕਰ VAB ਨੂੰ ਮੈਂ ਕਹਾਂ ਇਟ ਇਜ਼ ਦੀ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਪੁਆਇੰਟਸ A ਐਂਡ B, ਡਿਫਰੈਂਸ ਆਫ ਪੋਟੈਂਸ਼ੀਅਲ, ਤਾਂ ਇਹਨੂੰ ਮੈਂ ਕਿਵੇਂ ਲਿਖ ਸਕਦਾ। ਇਹਨੂੰ ਲਿਖਣ ਦੇ ਲਈ ਆਪਾਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ ਵੀ ਜਿੰਨਾ ਇਹਨਾਂ ਦੋਨੋਂ ਪੁਆਇੰਟਸ ਦੇ ਵਿਚਲੀ EMF ਹੋਏਗੀ, A ਪੁਆਇੰਟ ਤੇ V ਵਿੱਚ ਜਿਹੜੀ EMF ਆ ਉਹ ਹੈਗੀ ਸਾਡੇ ਕੋਲੇ E1, ਤੋਂ E1 ਦੇ ਵਿੱਚੋਂ ਸਬਟਰੈਕਟ ਹੋ ਜਾਏਗਾ ਜਿਹੜਾ ਪੋਟੈਂਸ਼ੀਅਲ ਡ੍ਰੌਪ ਹੋਏਗਾ ਅਕਰੋਸ R1। ਜਿਹੜੀ ਇੰਟਰਨਲ ਰੈਜ਼ਿਸਟੈਂਸ ਦੇ ਅਕਰੋਸ ਪੋਟੈਂਸ਼ੀਅਲ ਦਾ ਯੂਜ਼ ਹੋਏਗਾ, ਡ੍ਰੌਪ ਹੋ ਜਾਏਗਾ ਪੋਟੈਂਸ਼ੀਅਲ, ਉਹਨਾਂ ਡਿੱਗ ਜਾਏਗਾ, ਮਤਲਬ ਉਹਨਾਂ ਘਟ ਜਾਏਗਾ, ਤਾਂ ਉਹ EMF ਦੇ ਵਿੱਚੋਂ ਸਬਟਰੈਕਟ ਹੋ ਜਾਏਗਾ। ਸੋ E-IR1 ਇਹ ਸਾਡੀ ਇਕੁਏਸ਼ਨ ਨੰਬਰ 1 ਹੋ ਜਾਏਗੀ। ਸੋ ਇਟ ਇਜ਼ ਦੀ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਪੁਆਇੰਟਸ A ਐਂਡ B। ਸਿਮਿਲਰਲੀ ਜੇਕਰ ਅਸੀਂ ਪੋਟੈਂਸ਼ੀਅਲ ਡਿਫਰੈਂਸ ਦੀ ਗੱਲ ਕਰੀਏ ਬਿਟਵੀਨ B ਐਂਡ C, ਤਾਂ ਉਹ ਕੀ ਹੋਏਗਾ VB ਮਾਈਨਸ VC। ਐਂਡ ਲਾਈਕਵਾਈਜ਼ ਜਿਵੇਂ ਅਸੀਂ ਪਹਿਲੀ ਇਕੁਏਸ਼ਨ ਲਿਖੀ ਆ ਇਸੇ ਤਰੀਕੇ ਦੇ ਨਾਲ EMF ਦੇ ਵਿੱਚੋਂ ਅਸੀਂ ਸਬਟਰੈਕਟ ਕਰਾਂਗੇ ਪੋਟੈਂਸ਼ੀਅਲ ਡ੍ਰੌਪ ਅਕਰੋਸ ਦੀ ਇੰਟਰਨਲ ਰੈਜ਼ਿਸਟੈਂਸ ਆਫ ਸੈਕੰਡ ਸੈੱਲ। ਹੁਣ ਇਹਨਾਂ ਦੋਨਾਂ ਨੂੰ ਕਿਉਂਕਿ ਅਸੀਂ ਸੀਰੀਜ਼ ਦੇ ਵਿੱਚ ਜੋੜਿਆ, ਦੋਨੇ ਸੈਲਸ ਨੂੰ ਕਰੰਟ ਦੋਨਾਂ ਦੇ ਵਿੱਚੋਂ ਦੀ ਸੇਮ ਲੰਘ ਰਿਹਾ, ਪੋਟੈਂਸ਼ੀਅਲ ਦੋਨਾਂ ਦੇ ਵਿੱਚ ਡਿਵਾਈਡ ਹੋਏਗਾ। ਜਿਹੜਾ ਪੋਟੈਂਸ਼ੀਅਲ A ਤੇ C ਦੇ ਵਿੱਚ ਹੋਏਗਾ ਇਟ ਵਿਲ ਬੀ ਡਿਵਾਈਡਡ ਇਨਟੂ A ਐਂਡ B ਐਂਡ B ਐਂਡ C। ਇਹਦਾ ਮਤਲਬ ਇਹ ਹੋਇਆ ਵੀ ਜੇਕਰ
ਅਸੀਂ ਪੋਟੈਂਸ਼ੀਅਲ ਡਿਫਰੈਂਸ ਕੱਢਣਾ ਹੋਵੇ A ਤੇ C ਦੇ ਵਿੱਚ, ਇਹ ਕੀ ਹੋਏਗਾ? ਇਟ ਵਿਲ ਬੀ ਪੋਟੈਂਸ਼ੀਅਲ VAB ਪਲੱਸ ਪੋਟੈਂਸ਼ੀਅਲ VBC। ਤਾਂ ਦੋਨੋਂ ਅਸੀਂ ਐਡ ਕਰਾਂਗੇ। ਸੋ ਫਸਟ ਇਕੁਏਸ਼ਨ ਤੇ ਸੈਕੰਡ ਇਕੁਏਸ਼ਨ ਨੂੰ ਐਡ ਕਰ ਦਈਏ ਤਾਂ ਕੀ ਆਏਗਾ? E1 ਮਾਈਨਸ IR1 ਪਹਿਲੀ ਇਕੁਏਸ਼ਨ ਸੀ, ਪਲੱਸ E2 ਮਾਈਨਸ IR2, ਦਿਸ ਇਜ਼ ਆਵਰ ਸੈਕੰਡ ਇਕੁਏਸ਼ਨ। ਹੁਣ ਜੇ ਆਪਾਂ VAC ਨੂੰ ਕੈਲਕੂਲੇਟ ਕਰਦੇ ਹਾਂ ਤਾਂ ਬ੍ਰੈਕਟਸ ਖੋਲੀਏ ਤਾਂ ਇਹ ਆਪਣੇ ਕੋਲ ਆ ਜਾਏਗਾ E1 ਮਾਈਨਸ IR1 ਪਲੱਸ E2 ਮਾਈਨਸ IR2। ਫਰਦਰ ਇਹਨੂੰ ਸੋਲਵ ਕਰੀਏ, E1 ਤੇ E2 ਆਪਾਂ ਇਕੱਠੇ ਕਰ ਦਈਏ, E1 ਪਲੱਸ E2 ਮਾਈਨਸ I ਇਹਨਾਂ ਦੋਨਾਂ 'ਚੋਂ ਕਾਮਨ ਕੱਢ ਲਈਏ, IR1 ਤੇ IR2 ਚੋਂ ਅੰਦਰ ਆਪਣੇ ਕੋਲ ਰਹਿ ਜਾਏਗਾ R1 ਪਲੱਸ R2। ਹੁਣ ਇੱਥੋਂ ਸਾਨੂੰ ਇਹ ਦੇਖਣ ਨੂੰ ਮਿਲਦਾ ਵੀ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ A ਐਂਡ C ਹੈ, ਮਤਲਬ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਪੁਆਇੰਟਸ A ਐਂਡ C ਜਿਹਦੇ ਵਿੱਚ ਇਹ ਦੋਨੇ ਸੈੱਲ ਆ ਜਾਂਦੇ ਆ, E1 ਵੀ ਤੇ E2 ਵੀ, ਉਹ ਕੀ ਆ? ਉਹ ਸਾਡੇ ਕੋਲ ਆ ਗਿਆ। ਇਹਨੂੰ ਲਿਖ ਸਕਦੇ ਹਾਂ ਅਸੀਂ E1 ਪਲੱਸ E2 ਮਾਈਨਸ IR1 ਪਲੱਸ R2। ਇਹਨੂੰ ਅਸੀਂ ਸਟੈਂਡਰਡ ਇਕੁਏਸ਼ਨ ਦੇ ਨਾਲ ਕੰਪੇਅਰ ਕਰੀਏ। ਕਿਹੜੀ ਇਕੁਏਸ਼ਨ ਦੇ ਨਾਲ? ਜਿਹੜੀ ਆਪਾਂ VAB ਵਾਸਤੇ ਲਿਖੀ ਸੀ, ਭਾਵ V ਇਜ਼ ਇਕੁਅਲ ਟੂ E ਮਾਈਨਸ IR। ਇਹਦੇ ਨਾਲ ਕੰਪੇਅਰ ਕਰੀਏ ਤਾਂ ਇਹਦਾ ਮਤਲਬ ਇਹ ਹੋ ਗਿਆ ਬਈ VAC ਬਰਾਬਰ E ਇਕੁਵਲੈਂਟ ਮਾਈਨਸ IR ਇਕੁਵਲੈਂਟ। ਮਤਲਬ ਕਹਿਣ ਦਾ ਇਹ ਹੋਇਆ ਵੀ ਜਿਹੜੀ E ਇਕੁਵਲੈਂਟ ਆ ਸਾਡੀ, ਇਹ ਕਿਹਦੇ ਬਰਾਬਰ ਆ ਗਈ? E1 ਪਲੱਸ E2। ਮਤਲਬ ਜਿਹੜੇ ਸੈੱਲ ਵੀ ਸੀਰੀਜ਼ 'ਚ ਲੱਗੇ ਆ ਉਹਨਾਂ ਦੀ EMF ਨੂੰ ਅਸੀਂ ਜੋੜ ਦਈਏ। ਹੁਣ ਚਾਹੇ ਸਾਡੇ ਕੋਲ ਨੰਬਰ ਆਫ ਸੈੱਲ N ਲੱਗੇ ਹੋਣ, ਅਸੀਂ ਸਾਰਿਆਂ ਦੀ EMF ਜੋੜ ਦਾਂਗੇ, ਪਰ ਸ਼ਰਤ ਕੀ ਆ? ਕਿਵੇਂ ਲੱਗੇ ਹੋਣੇ ਚਾਹੀਦੇ ਸੈੱਲ? ਸੈੱਲ ਆ ਜਿਹੜੇ ਉਹ ਇਸੇ ਤਰੀਕੇ ਨਾਲ ਸੀਰੀਜ਼ 'ਚ ਲੱਗੇ ਹੋਣੇ ਚਾਹੀਦੇ ਆ, ਇੱਕ ਦਾ ਨੈਗੇਟਿਵ, ਦੂਸਰੇ ਦਾ ਪੋਜ਼ੀਟਿਵ, ਫਿਰ ਨੈਗੇਟਿਵ, ਫਿਰ ਪੋਜ਼ੀਟਿਵ, ਫਿਰ ਨੈਗੇਟਿਵ, ਫਿਰ ਪੋਜ਼ੀਟਿਵ। ਇਸੇ ਤਰ੍ਹਾਂ ਘਰੇ ਵੀ ਜਦੋਂ ਅਸੀਂ ਟਾਰਚ ਦੇ ਵਿੱਚ ਮਲਟੀਪਲ ਸੈੱਲ ਯੂਜ਼ ਕਰਦੇ ਹਾਂ ਤਾਂ ਉਹ ਇੱਕ ਦਾ ਪੋਜ਼ੀਟਿਵ ਦੂਜੇ ਦੇ ਨੈਗੇਟਿਵ ਦੇ ਨਾਲ ਜੁਆਇਨ ਹੋਣਾ ਚਾਹੀਦਾ, ਫਿਰ ਹੀ ਸਾਨੂੰ ਉਹਨਾਂ ਦੀ ਜਿਹੜੀ ਇਕੁਵਲੈਂਟ EMF ਆ ਉਹ ਪਲੱਸ ਹੋ ਕੇ ਮਿਲਦੀ ਆ। ਅਤੇ ਪਰ ਨਾਲ ਦੀ ਨਾਲ ਸਾਡੇ ਕੋਲ ਇਹ ਵੀ ਆ ਵੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਆ ਉਹ ਵੀ ਐਡ ਅਪ ਹੋ ਜੂਗੀ। ਜਿੰਨੇ ਸੈੱਲ ਲੱਗੇ ਹੋਣਗੇ ਉਹਨਾਂ ਦੀ ਇੰਟਰਨਲ ਰੈਜ਼ਿਸਟੈਂਸ ਵੀ ਸਾਰੀ ਲੀਨੀਅਰਲੀ ਐਡ ਹੋ ਜਾਏਗੀ। ਸੋ ਇਸ ਤਰੀਕੇ ਦੇ ਨਾਲ ਅਸੀਂ ਸੈੱਲਸ ਨੂੰ ਸੀਰੀਜ਼ ਦੇ ਵਿੱਚ ਜਦੋਂ ਲਾਉਂਦੇ ਆ ਤਾਂ ਕੀ ਬਣਦਾ? ਜੇ N ਸੈੱਲ ਲਾਈਏ ਤਾਂ ਉਹ ਸਾਰਿਆਂ ਦਾ ਸਮ ਹੋ ਜਾਏਗਾ। ਸੋ ਪਹਿਲਾ ਪੁਆਇੰਟ, ਦੀ ਇਕੁਵਲੈਂਟ EMF ਆਫ ਏ ਸੀਰੀਜ਼ ਕੰਬੀਨੇਸ਼ਨ ਆਫ N ਸੈੱਲਸ। ਜੇ N ਸੈੱਲ ਲੱਗੇ ਹੋਣ ਤਾਂ ਉਹਨਾਂ ਦੀ ਕੰਬੀਨੇਸ਼ਨ ਕੀ ਹੋਏਗੀ? ਇਟਸ ਜਸਟ ਦੀ ਸਮ ਆਫ EMFs ਆਫ ਇੰਡੀਵਿਜੂਅਲ ਸੈੱਲਸ। ਅਤੇ ਨਾਲ ਦੀ ਨਾਲ ਇੰਟਰਨਲ ਰੈਜ਼ਿਸਟੈਂਸ ਆ ਜਿਹੜੀ ਉਹ N ਸੈੱਲਸ ਦੀ, ਉਹ ਵੀ ਸਾਡੇ ਕੋਲ ਸਮ ਆਫ ਇੰਟਰਨਲ ਰੈਜ਼ਿਸਟੈਂਸਿਸ ਹੋ ਜਾਏਗੀ ਸਾਰਿਆਂ ਦੀ। ਹੁਣ ਇਹ ਸਾਡੇ ਕੋਲ ਮੈਥਡ ਆ ਗਿਆ ਵੀ ਜਦੋਂ ਅਸੀਂ ਨੰਬਰ ਆਫ ਸੈੱਲਸ ਤੋਂ ਜਿਹੜੀ ਜ਼ਿਆਦਾ EMF ਲੈਣੀ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਅਸੀਂ ਸੀਰੀਜ਼ ਦੇ ਵਿੱਚ ਐਡ ਕਰ ਸਕਦੇ ਹਾਂ। ਹੁਣ ਜੇਕਰ ਸਾਡੇ ਕੋਲ ਜਿਹੜੇ ਸੈੱਲ ਨੇ ਉਹ ਅਸੀਂ ਪੈਰਲਲ 'ਚ ਲਾਈਏ, ਤਾਂ ਸੈੱਲਸ ਇਨ ਪੈਰਲਲ ਕੰਬੀਨੇਸ਼ਨ ਦੇ ਵਿੱਚ ਜਦੋਂ ਅਸੀਂ ਰੈਜ਼ਿਸਟੈਂਸਿਸ ਲਾਏ ਸੀ ਤਾਂ ਉਹਨਾਂ ਦੀ ਜਿਹੜੀ ਇਕੁਵਲੈਂਟ ਰੈਜ਼ਿਸਟੈਂਸ ਸੀ ਉਹ ਸਾਡੇ ਕੋਲ ਰੈਸੀਪ੍ਰੋਕਲ ਹੋ ਕੇ ਐਡ ਹੋਈ ਸੀ। ਸੋ ਇਸੇ ਤਰੀਕੇ ਦੇ ਨਾਲ ਜਦੋਂ ਸਪੋਜ਼ ਕਰ ਲਓ ਮੇਰੇ ਕੋਲ ਪਹਿਲਾ ਸੈੱਲ ਆ, ਇਹਦੀ EMF ਹੈ E1 ਅਤੇ ਇੰਟਰਨਲ ਰੈਜ਼ਿਸਟੈਂਸ ਹੈ ਇਹਦੀ R1, ਅਤੇ ਇੱਥੇ ਮੇਰੇ ਕੋਲ ਹੁਣ ਦੂਜਾ ਸੈੱਲ ਆ, ਅਸੀਂ ਦੋ ਸੈੱਲਸ ਦਾ ਕੇਸ ਲਵਾਂਗੇ। ਇਹਦੀ EMF ਮੇਰੇ ਕੋਲ E2 ਆ ਅਤੇ ਇੰਟਰਨਲ ਰੈਜ਼ਿਸਟੈਂਸ R2 ਆ। ਇਹਨਾਂ ਦੋਨਾਂ ਨੂੰ ਅਸੀਂ ਪੈਰਲਲ ਕੰਬੀਨੇਸ਼ਨ ਦੇ ਵਿੱਚ ਜੁਆਇਨ ਕਰ ਲਈਏ। ਪੈਰਲਲ ਕੰਬੀਨੇਸ਼ਨ ਦੇ ਵਿੱਚ ਜਦੋਂ ਜੁਆਇਨ ਕਰਾਂਗੇ ਤਾਂ ਸਪੋਜ਼ ਕਰ ਲਈਏ ਮੇਰੇ ਕੋਲ ਇੱਥੇ ਇੱਕ ਪੁਆਇੰਟ ਹੈ C ਅਤੇ ਇੱਧਰਲੇ ਪਾਸੇ ਹੈ ਮੇਰੇ ਕੋਲ ਪੁਆਇੰਟ A, ਅਤੇ C ਤੋਂ ਕਰੰਟ I ਜਿਹੜਾ ਉਹ ਚੱਲਦਾ ਹੈ, ਐਂਡ ਇੱਥੇ ਪੁਆਇੰਟ ਮੈਂ ਮੰਨ ਲੈਂਦਾ B1 ਅਤੇ ਇੱਥੇ ਮੰਨ ਲੈਂਦਾ B, ਅਤੇ B1 ਦੇ ਉੱਤੇ ਆ ਕੇ ਸਪਲਿਟ ਹੋ ਜਾਏਗਾ। ਥੋੜ੍ਹਾ ਜਿਹਾ ਪਾਰਟ I1 ਇਹਦਾ ਉੱਪਰਲੇ ਸੈੱਲ 'ਚ ਚਲੇ ਜਾਏਗਾ, ਥੋੜ੍ਹਾ ਜਿਹਾ ਪਾਰਟ I2 ਇਹਦਾ ਥੱਲੇ ਵਾਲੇ ਸੈੱਲ ਦੇ ਵਿੱਚ ਉਹਦੀ E2 ਦੇ ਵਿੱਚ ਉਹਦੀ ਜਾਏਗਾ। ਅੱਗੇ ਲੰਘ ਕੇ ਇਹ ਦੋਨੇ ਕਰੰਟ ਆ ਜਿਹੜੇ I1 ਅਤੇ I2
ਇਹ ਕੰਬਾਈਨ ਹੋ ਕੇ ਅਗੇਨ ਆਈ ਕਰੰਟ ਚਲਾ ਜਾਏਗਾ। ਮਤਲਬ ਇਹਦੇ ਵਿੱਚ ਸਾਡੇ ਕੋਲ ਜਿਹੜੀ ਕੰਡੀਸ਼ਨ ਹੋਏਗੀ ਉਹ ਕੀ ਬਣੇਗੀ, I ਇਕੁਅਲ ਟੂ I1 ਪਲੱਸ I2। ਸੋ ਪੈਰਲਲ ਕੰਬੀਨੇਸ਼ਨ ਦੇ ਵਿੱਚ ਸਾਨੂੰ ਕਦੋਂ ਪਤਾ ਲੱਗੂਗਾ ਵੀ ਸੈੱਲ ਸਾਡੇ ਪੈਰਲਲ 'ਚ ਲੱਗੇ ਆ, ਜਦੋਂ ਸਾਡੇ ਕੋਲ ਕਰੰਟ ਸਪਲਿੱਟ ਹੁੰਦਾ ਹੋਵੇ। ਕਰੰਟ ਆ ਰਿਹਾ ਤੇ ਦੋ ਸੈੱਲਸ ਦੇ ਵਿੱਚ ਸਪਲਿੱਟ ਹੋ ਕੇ ਜਾ ਰਿਹਾ, ਤਾਂ ਇਹਦਾ ਮਤਲਬ ਦੋਨੇ ਸੈੱਲ ਆ ਜਿਹੜੇ ਉਹ ਪੈਰਲਲ 'ਚ ਲੱਗੇ ਹੋਏ ਨੇ। ਹੁਣ ਅਸੀਂ ਦੇਖੀਏ ਵੀ ਲੈਟ ਕਰ ਲਈਏ ਵੀ ਪੋਟੈਂਸ਼ੀਅਲ ਆ ਜਿਹੜਾ ਉਹ ਅਕਰੋਸ A ਐਂਡ C ਉਹ ਸਾਡੇ ਕੋਲੇ V ਆ, VAC ਆ ਜਿਹੜਾ ਉਹ V ਹੈ। ਐਂਡ ਜੇ ਧਿਆਨ ਨਾਲ ਦੇਖੀਏ ਤਾਂ ਦੋਨੇ ਪੁਆਇੰਟਸ ਜਿਹੜੇ B1 ਤੇ B ਨੇ, ਇਹ ਦੋਨੇ ਪੁਆਇੰਟਸ B1 ਤੇ B2 ਕਹਿ ਦਈਏ ਇਹਨਾਂ ਨੂੰ, ਇਟ ਵਿਲ ਬੀ ਇਕੁਅਲ ਟੂ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ VB1 ਐਂਡ VB2। ਸੋ ਇਹ ਸਾਡੇ ਕੋਲੇ ਬਰਾਬਰ ਆਏਗਾ VB1 ਮਾਈਨਸ VB2 ਦੇ। ਤੋ ਪਿਛਲੇ ਲੈਕਚਰ ਦੇ ਅਕੋਰਡਿੰਗ ਜਿਹੜੇ ਆਪਾਂ ਹੁਣੇ ਦੇਖ ਕੇ ਹਟੇ ਹਾਂ ਵੀ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਜਦੋਂ ਅਸੀਂ ਲਿਖਦੇ ਹਾਂ ਤਾਂ ਉਹ ਕਿਹਦੇ ਬਰਾਬਰ ਹੋਏਗਾ, ਜੇਕਰ ਅਸੀਂ ਉੱਪਰਲੀ ਕੰਬੀਨੇਸ਼ਨ ਨੂੰ ਕੰਸੀਡਰ ਕਰਦੇ ਹਾਂ, ਉੱਪਰਲੇ ਸੈੱਲਸ ਨੂੰ ਕੰਸੀਡਰ ਕਰਦੇ ਹਾਂ ਪੁਆਇੰਟਸ B1 ਤੇ B2 ਦੇ ਵਿੱਚ, ਤਾਂ ਇਹ ਮੇਰੇ ਕੋਲੇ ਆਏਗਾ E1 ਮਾਈਨਸ I1 R1। ਲਾਈਕਵਾਈਜ਼ ਜੇਕਰ VB1 ਤੇ V2 ਦੇ ਵਿੱਚ ਮੈਂ ਨੀਚੇ ਵਾਲਾ ਕੰਬੀਨੇਸ਼ਨ, ਨੀਚੇ ਵਾਲਾ ਸੈੱਲ ਕੰਸੀਡਰ ਕਰਦਾ ਤਾਂ ਮੇਰੇ ਕੋਲ ਇਹੀ V ਆ ਜਿਹੜਾ ਇਹ E2 ਮਾਈਨਸ I2 R2 ਦੇ ਬਰਾਬਰ ਆ ਜਾਏਗਾ। ਤੇ ਇਹਨਾਂ ਦੋਨਾਂ ਇਕੁਏਸ਼ਨਸ ਤੋਂ ਮੈਂ ਅਗੇਨ ਇਹਨੂੰ ਮੰਨ ਲੈਣਾ ਇਕੁਏਸ਼ਨ ਨੰਬਰ 1, ਇਹਨੂੰ ਇਕੁਏਸ਼ਨ ਨੰਬਰ 2 ਮੰਨ ਲੈਣਾ। ਇਹਨਾਂ ਦੋਨਾਂ ਦੇ ਵਿੱਚੋਂ ਜੇਕਰ ਮੈਂ I1 ਤੇ I2 ਕੱਢਾਂ, ਬਿਕੋਜ਼ ਕਿਉਂ ਕੱਢਣਾ I1 ਤੇ R2, ਬਿਕੋਜ਼ ਅਸੀਂ ਇਸ ਇਕੁਏਸ਼ਨ ਦੇ ਵਿੱਚ ਇਹ ਵੈਲਿਊ ਪੁੱਟ ਕਰਨੀ ਹੈ, ਕਿਉਂਕਿ ਸਾਡਾ ਕਰੰਟ ਆ ਜਿਹੜਾ ਉਹ ਡਿਵਾਈਡ ਹੋ ਰਿਹਾ ਦੋਨੇ ਕਰੰਟਸ ਦੇ ਵਿੱਚ। ਸੋ ਇਹਨਾਂ ਦੋਨੋਂ ਇਕੁਏਸ਼ਨ ਨੰਬਰ 1 ਤੇ 2 ਤੋਂ ਅਸੀਂ I1 ਤੇ I2 ਕੱਢੀਏ। ਪਹਿਲੀ ਇਕੁਏਸ਼ਨ ਤੋਂ I1 ਆ ਜਿਹੜਾ ਉਹ ਮੇਰੇ ਕੋਲ ਕਿਹਦੇ ਬਰਾਬਰ ਆ ਜਾਏਗਾ, ਇਟ ਵਿਲ ਬੀ E1 ਮਾਈਨਸ V ਅਪੋਨ R1। ਲਾਈਕਵਾਈਜ਼ I2 ਆ ਜਿਹੜਾ ਉਹ ਮੇਰੇ ਕੋਲ ਆ ਜਾਏਗਾ E2 ਮਾਈਨਸ V ਅਪੋਨ R2। ਇਹ ਤੁਸੀਂ ਛੋਟਾ ਜਿਹਾ ਅਲਜਬਰਾ ਦਾ ਆਪਰੇਸ਼ਨ ਹੈਗਾ, ਇੱਧਰਲੇ ਪਾਸੇ E1 ਨੂੰ ਲੈ ਕੇ ਜਾਓਗੇ ਨੈਗੇਟਿਵ ਸਾਈਨ ਹੋਏਗਾ, ਬਟ ਮਾਈਨਸ I1 ਦਾ ਸਾਈਨ ਉਹਨਾਂ ਨੂੰ ਇੰਟਰਚੇਂਜ ਕਰ ਦੇਗਾ, ਬਟੇ R1 ਆ ਜਾਏਗਾ। ਸੋ ਸਾਡੇ ਕੋਲ ਆਹ ਇਕੁਏਸ਼ਨ ਆ ਜਾਏਗੀ। ਇਸੇ ਤਰੀਕੇ ਨਾਲ I2 ਇਸ ਸੈਕਿੰਡ ਇਕੁਏਸ਼ਨ ਦੇ ਵਿੱਚ ਤੁਸੀਂ ਕੱਢ ਸਕਦੇ ਹੋ। ਹੁਣ ਕਿਉਂਕਿ I ਇਜ਼ ਇਕੁਅਲ ਟੂ I1 ਪਲੱਸ I2 ਹੈ, ਤਾਂ ਅਸੀਂ ਇਹਨਾਂ ਦੋਨਾਂ ਨੂੰ ਐਡ ਕਰ ਸਕਦੇ ਹਾਂ। ਤਾਂ ਐਡ ਕਰਕੇ ਸਾਨੂੰ ਕੀ ਮਿਲੇਗਾ, ਸੋ I ਵਿਲ ਬੀ E1 ਮਾਈਨਸ V ਅਪੋਨ R1 ਪਲੱਸ E2 ਮਾਈਨਸ V ਅਪੋਨ R2। ਸੋ ਇਹ ਮੇਰੇ ਕੋਲੇ ਦੋ ਇਕੁਏਸ਼ਨਸ ਆ ਗਈਆਂ। ਇਹਨਾਂ ਨੂੰ ਹੁਣ ਮੈਂ ਸੋਲਵ ਕਰਦਾ। ਸੋਲਵ ਕਰਨ ਲਈ ਕੀ ਕਰਦਾ, R1 E1 ਮਾਈਨਸ V ਦੇ ਬਟੇ ਆ ਦੋਨਾਂ ਦੇ, ਇਹਨਾਂ ਨੂੰ ਮੈਂ ਇਕੱਲੇ ਇਕੱਲੇ ਥੱਲੇ ਲਿਖ ਲੈਂਦਾ। ਸੋ ਇਕੁਅਲ ਟੂ E1 ਅਪੋਨ R1 ਮਾਈਨਸ V ਅਪੋਨ R1, ਅੱਗੇ ਮੇਰੇ ਕੋਲੇ ਪਲੱਸ ਆ ਗਿਆ ਜੀ ਸੈਂਟਰ ਵਾਲਾ, ਤੇ E2 ਅਪੋਨ R2 ਮਾਈਨਸ V ਅਪੋਨ R2। ਸੋ ਇੱਥੇ ਤੱਕ ਹੁਣ ਮੈਂ EMF ਵਾਲੀਆਂ ਟਰਮਸ ਨੂੰ ਤੇ ਕਰੰਟ ਪੋਟੈਂਸ਼ੀਅਲ ਵਾਲੀਆਂ ਟਰਮਸ ਨੂੰ ਅਲੱਗ-ਅਲੱਗ ਕਰੂੰਗਾ। ਸੋ E1 ਅਪੋਨ R1 ਪਲੱਸ E2 ਅਪੋਨ R2 ਮਾਈਨਸ V, ਇਹਨਾਂ 'ਚੋਂ ਕਾਮਨ ਆ ਜਾਏਗਾ ਜੀ ਦੋਨਾਂ 'ਚੋਂ, 1 ਅਪੋਨ R1 ਪਲੱਸ 1 ਅਪੋਨ R2। ਇੱਥੇ ਤੱਕ ਮੇਰੇ ਕੋਲੇ ਇਹ ਇਕੁਏਸ਼ਨ ਬਣ ਗਈ। ਹੁਣ ਮੈਂ ਇੱਥੋਂ ਕੈਲਕੂਲੇਟ ਕਰਨਾ ਚਾਹਾਂਗਾ V ਪੋਟੈਂਸ਼ੀਅਲ ਡਿਫਰੈਂਸ। ਪੋਟੈਂਸ਼ੀਅਲ ਡਿਫਰੈਂਸ ਨੂੰ ਐਲੀਮੀਨੇਟ ਕਰੀਏ, ਕੀ ਆਏਗਾ ਪੋਟੈਂਸ਼ੀਅਲ ਡਿਫਰੈਂਸ। ਸੋ ਮੈਂ ਆਹ ਵਾਲੀ ਟਰਮ ਨੂੰ ਲੈਫਟ ਹੈਂਡ ਸਾਈਡ ਦੇ ਉੱਤੇ ਲੈ ਕੇ ਜਾਊਂਗਾ ਸਾਰੀ ਨੂੰ, ਤਾਂ ਇਹ ਮੇਰੇ ਕੋਲੇ ਆ ਜਾਏਗਾ V ਇੰਟੂ 1 ਅਪੋਨ R1 ਪਲੱਸ 1 ਅਪੋਨ R2। ਲੈਫਟ ਹੈਂਡ ਸਾਈਡ 'ਤੇ ਪਹਿਲਾਂ ਹੀ I ਪਿਆ, ਇਸ ਕਰਕੇ ਪਲੱਸ I। ਰਾਈਟ ਹੈਂਡ ਸਾਈਡ 'ਤੇ ਰਹਿ ਜਾਏਗਾ ਮੇਰੇ ਕੋਲੇ E1 ਅਪੋਨ R1 ਪਲੱਸ E2 ਅਪੋਨ R2। ਆ ਮੇਰੇ ਕੋਲ ਰਾਈਟ ਹੈਂਡ ਸਾਈਡ 'ਤੇ ਆ ਗਿਆ। ਲਓ ਜੀ, ਹੁਣ ਮੈਂ ਦੋਨਾਂ ਦੇ ਪਾਸੇ ਇੱਥੇ V ਆ ਮੇਰੇ ਕੋਲੇ, ਇਹਨੂੰ ਮੈਂ LCM ਲੈਣ ਲੱਗਿਆ। ਸੋ ਇਟ ਵਿਲ ਬੀ R1 R2, ਅਤੇ ਉੱਪਰਲੇ ਪਾਸੇ ਮੇਰੇ ਕੋਲ ਆ ਜਾਏਗਾ R2 ਪਲੱਸ R1 ਪਲੱਸ I ਇਕੁਅਲ ਟੂ, ਇੱਧਰ ਵੀ ਇਸੇ ਵੀ LCM ਲੈ ਲਈਏ, R1 R2 LCM ਆ ਗਿਆ। ਇੱਥੇ ਆ ਜਾਏਗਾ ਮੇਰੇ ਕੋਲ E1 R2 ਪਲੱਸ E2 R1। ਨੈਕਸਟ ਸਟੈਪ ਦੇ ਵਿੱਚ ਅਸੀਂ
V ਨੂੰ ਐਲੀਮੀਨੇਟ ਕਰੀਏ, ਪਹਿਲਾਂ ਮੈਂ I ਨੂੰ ਰਾਈਟ हैंड साइड ਤੇ ਲੈ ਕੇ ਜਾਊਂਗਾ। सो V R2 माइनस R1 सॉरी प्लस R1 अपॉन R1 R2 इक्वल टू राइट हैंड साइड ते मेरे को पहला ही हैगा E1 R2 प्लस E2 R1 डिवाइडेड बाय R1 R2। आई साडे कोले उधर जाके माइनस वाई आ गई। हुण मैं लैफ्ट हैंड साइड तो V नूं कड्ढण वास्ते मल्टीप्लाई करदा सारी इक्वेशन नूं R1 R2 डिवाइडेड बाय R1 प्लस R2। सो लैफ्ट हैंड साइड ते भी यह करांगे, राइट हैंड साइड ते भी इदां ही करांगे। सो R1 R2 डिवाइडेड बाय R1 प्लस R2 माइनस I इंटू R1 R2 डिवाइडेड बाय R1 प्लस R2। सो लैफ्ट हैंड साइड तो जे तुसीं देखो तो आह वाली टर्म ते आह वाली टर्म ते उपर वाली टर्म ते नीचे वाली टर्म सारे कैंसल हो जाएंगे आपस दे विच। सो साडे कोल V कल्ला बचेगा ते राइट हैंड साइड दे उत्ते R1 R2 कैंसल हो जाएगा R1 R2 दे नाल। एंड वी आर लैफ्ट विद V इक्वल्स टू E1 R2 प्लस E2 R1 डिवाइडेड बाय R1 प्लस R2 माइनस I इंटू R1 R2 डिवाइडेड बाय R1 प्लस R2। ਹੁਣ ਜੇਕਰ ਇਹਨੂੰ ਤੁਸੀਂ ਧਿਆਨ ਨਾਲ ਦੇਖੋ, ਆਪਾਂ ਕੰਪੇਅਰ ਕਰੀਏ ਇਹਨੂੰ V ਇਜ਼ ਇਕੁਅਲ ਟੂ E ਇਕੁਵਲੈਂਟ ਮਾਈਨਸ I R ਇਕੁਵਲੈਂਟ ਦੇ ਨਾਲ, ਤਾਂ ਸਾਡੇ ਕੋਲੇ EMF ਜਿਹੜੀ ਇਕੁਵਲੈਂਟ ਆ ਉਹ ਸਾਨੂੰ ਮਿਲ ਜਾਂਦੀ ਆ E1 R2 ਪਲੱਸ E2 R1 ਡਿਵਾਈਡਡ ਬਾਏ R1 ਪਲੱਸ R2 ਤੇ R ਇਕੁਵਲੈਂਟ ਮਿਲ ਜਾਂਦੀ ਆ R1 R2 डिवाइडेड बाय R2 प्लस R1। ਹੁਣ ਇਹਨੂੰ ਥੋੜਾ ਜਿਹਾ ਸਿੰਪਲ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਅਸੀਂ, ਕਿਉਂਕਿ ਯਾਦ ਰੱਖਣਾ ਥੋੜਾ ਜਿਹਾ ਔਖਾ। ਜਿਹੜੀ R ਇਕੁਵਲੈਂਟ ਆ ਇਹਨੂੰ ਮੈਂ ਕਿਵੇਂ ਲਿਖ ਸਕਦਾ? R ਇਕੁਵਲੈਂਟ ਲਿਖਣ ਦੇ ਲਈ ਜੇਕਰ ਮੈਂ ਰੈਸੀਪ੍ਰੋਕਲ ਲੈ ਲਾਂ, ਇਹਦਾ ਮਤਲਬ 1/R ਇਕੁਵਲੈਂਟ ਲਿਖ ਲਾਂ, ਤਾਂ ਉਹ ਕਿਵੇਂ ਲਿਖਿਆ ਜਾਊਗਾ? ਦੇਖੀਏ 1/R ਇਕੁਵਲੈਂਟ ਲਿਖਿਆ ਜਾਊਗਾ R2 प्लस R1 बटे R1 R2। सो इनू मैं कल्ले कल्ले थले लिख ला किवें R2 बटे R1 R2 प्लस R1 बटे R1 R2। इत्थों मेरे कोले R2 कैंसल हो जाएगा, इत्थे मेरे कोले R1 कैंसल हो जाएगा, तो मेरे कोले 1/R इक्विवेलेंट आ गया 1/R1 प्लस 1/R2। सो ਇਹਦਾ मतलब ये होया भी जी इक्विवेलेंट रजिस्टेंस है, नंबर ऑफ सैल्स ਜਦੋਂ ਅਸੀਂ पैरल ਚਲਾਉਂਦੇ ਆ ਤਾਂ ਉਦੋਂ ਉਹ ਰੈਸੀਪ੍ਰੋਕਲ ਹੋ ਕੇ ਹੀ ਐਡ ਹੁੰਦੇ ਆ, ਜਸਟ ਲਾਈਕ ਜਿਵੇਂ ਆਪਾਂ ਰਜਿਸਟੈਂਸਿਸ ਨੂੰ ਪੈਰਲਲ ਦੇ ਵਿੱਚ ਲਾਇਆ ਸੀ ਤਾਂ ਉਹਨਾਂ ਨੂੰ ਵੀ ਅਸੀਂ ਰੈਸੀਪ੍ਰੋਕੇਟ ਕਰਕੇ ਐਡ ਅਪ ਕੀਤਾ ਸੀ। ਸੋ ਇਹ ਸਾਡਾ ਫਸਟ ਇਹਦੇ ਵਿੱਚ ਇੰਪੋਰਟੈਂਟ ਚੀਜ਼ ਆ ਗਈ। ਹੁਣ ਜਿਹੜੀ ਸੈਕਿੰਡ ਵਨ ਹੈ, ਜਿਹੜੀ ਈ ਇਕੁਵਲੈਂਟ ਆ, ਇਹਦੀ ਸਿੰਪਲ ਫਾਰਮ ਕਿਵੇਂ ਲਿਖੀਏ? ਈ ਇਕੁਵਲੈਂਟ ਨੂੰ ਡਿਵਾਈਡ ਕਰ ਦਈਏ ਆਰ ਇਕੁਵਲੈਂਟ ਦੇ ਨਾਲ, ਤਾਂ ਇਹ ਕੀ ਬਣੇਗਾ? ਇਹ ਸਾਡੇ ਕੋਲੇ ਬਣ ਜਾਏਗਾ E1 ਕਰਕੇ ਦੇਖੀਏ E1 R2 प्लस E2 R1 डिवाइडेड बाय R1 प्लस R2। ਇਹ ਸਾਡੀ E ਇਕੁਵਲੈਂਟ ਸੀਗੀ, ਇਹਨੂੰ ਮੈਂ ਰੈਸੀਪ੍ਰੋਕੇਟ ਕਰਨ ਲੱਗਿਆ R ਇਕੁਵਲੈਂਟ ਦੇ ਨਾਲ। R ਇਕੁਵਲੈਂਟ ਰੈਸੀਪ੍ਰੋਕੇਟ ਕਰੂੰਗਾ ਤਾਂ R2 प्लस R1 ਉੱਪਰ ਚਲੇ ਜਾਏਗਾ, ਬਟੇ ਆਏਗਾ ਮੇਰੇ ਕੋਲੇ R1 R2, ਤਾਂ ਆਹ ਵਾਲੀ ਟਰਮ ਮੇਰੀ ਕੈਂਸਲ ਹੋ ਜਾਏਗੀ ਤੇ ਮੇਰੇ ਕੋਲ ਕੀ ਬਚਿਆ? ਮੇਰੇ ਕੋਲੇ ਬਚਿਆ E इक्विवेलेंट बटे R इक्विवेलेंट इक्वल टू E1 R2 प्लस E2 R1 डिवाइडेड बाय R1 R2। ਹੁਣ ਇਹਨੂੰ ਉਹ ਇਕੱਲੇ ਇਕੱਲੇ ਥੱਲੇ ਕਰਕੇ ਲਿਖ ਲਈਏ E1 R2 बटे R1 R2 प्लस E2 R1 बटे R1 R2। ਪਹਿਲੀ ਟਰਮ ਦੇ ਵਿੱਚੋਂ R2 ਕੱਟਿਆ ਜਾਏਗਾ, ਦੂਜੀ ਟਰਮ ਦੇ ਵਿੱਚੋਂ R1 ਕੱਟਿਆ ਜਾਏਗਾ, ਐਂਡ ਮੇਰੇ ਕੋਲ ਕੀ ਰਹਿ ਜਾਏਗਾ E1 बटे R1 प्लस E2 बटे R2। सो मेरे को यह की आ गया,
ਇਹ ਮੇਰੇ ਕੋਲ ਆ ਗਿਆ E ਇਕੁਵਲੈਂਟ ਬਟੇ R ਇਕੁਵਲੈਂਟ ਕਿੰਨੀ ਹੋਏਗੀ ਜਦੋਂ ਇੱਕ ਨੰਬਰ ਆਫ ਸੈਲਜ਼ ਨੂੰ ਅਸੀਂ ਪੈਰਲਲ ਦੇ ਵਿੱਚ ਲਾਉਨੇ ਆ ਤਾਂ ਉਹਨਾਂ ਦੀਆਂ EMFs ਬਟੇ ਇੰਟਰਨਲ ਰੈਜ਼ਿਸਟੈਂਸਸ ਦੀ ਰੇਸ਼ੋ ਆ ਜਿਹੜੀ ਉਹ ਐਡ ਹੋ ਜਾਏਗੀ, ਜਿੰਨੇ ਮਰਜ਼ੀ ਇਹ n ਟਾਈਮਸ ਅਸੀਂ ਐਡ ਕਰ ਲਈਏ। ਸੋ ਇੱਥੋਂ ਦੋਨੇ ਇਕੁਏਸ਼ਨਸ ਤੋਂ ਅਸੀਂ ਇਹ ਦੇਖ ਸਕਦੇ ਹਾਂ ਵੀ ਜੇਕਰ ਇੱਕ ਨੰਬਰ ਆਫ ਸੈਲਜ਼ ਲੱਗੇ ਹੋਣ ਤਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਅਸੀਂ ਇੱਕ ਇਕੁਵਲੈਂਟ EMF ਦਾ ਸਿੰਗਲ ਸੈੱਲ ਵੀ ਯੂਜ਼ ਕਰ ਸਕਦੇ ਹਾਂ। ਦਿਸ ਵਾਜ਼ ਆਲ ਅਬਾਊਟ ਦੀ ਕੰਬੀਨੇਸ਼ਨ ਆਫ ਸੈਲਜ਼। ਇਹਦੇ ਉੱਤੇ ਤੁਹਾਨੂੰ ਨੂਮੈਰੀਕਲ ਪੇਪਰ ਦੇ ਵਿੱਚ ਆ ਸਕਦਾ ਵੀ ਇੱਕ ਕੰਬੀਨੇਸ਼ਨ ਡਾਇਗਰਾਮ ਦਿੱਤੀ ਹੋ ਸਕਦੀ ਹੈ, ਸਰਕਟ ਡਾਇਗਰਾਮ, ਤੇ ਉਹਦੇ ਵਿੱਚ ਤੁਹਾਨੂੰ ਇਕੁਵਲੈਂਟ EMF ਤੇ ਇਕੁਵਲੈਂਟ ਇੰਟਰਨਲ ਰੈਜ਼ਿਸਟੈਂਸ ਕੱਢਣੀ ਪੇਪਰ ਦੇ ਵਿੱਚ ਆ ਸਕਦੀ ਆ। ਸੋ ਥੈਂਕ ਯੂ ਵੈਰੀ ਮਚ ਫਾਰ ਅਟੈਂਡਿੰਗ ਦੀ ਲੈਕਚਰ ਐਂਡ ਹੈਵ ਅ ਨਾਈਸ ਡੇ।